ਲਗਭਗ 5 ਮਹੀਨੇ ਦਾ ਸਮਾਂ ਹੋ ਚੱਲਿਆ ਦਿੱਲੀ ਦੀਆਂ ਬਰੂਹਾਂ ਦੇ ਬੈਠ ਕੇ ਕਿਸਾਨ ਜਥੇਬੰਦੀਆਂ ਨੂੰ ਖੇਤੀ ਸੁਧਾਰ ਕਾਨੂੰਨ ਦਾ ਵਿਰੋਧ ਕਰਦਿਆਂ। ਲੇਕਿਨ ਇਸ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ, ਜਿਸ ਤਰ੍ਹਾਂ ਕਿ ਹੁਣ ਕੇਂਦਰ ਵੱਲੋਂ ਕਿਹਾ ਜਾ ਰਿਹਾ ਕਿ ਆਪਰੇਸ਼ਨ ਕਲੀਨ ਚਲਾਉਣ ਦੀਆਂ ਜਿਹੜੀਆਂ ਗੱਲਾਂ ਉਹ ਸਾਹਮਣੇ ਆ ਰਹੀਆਂ, ਜਿਸ ਤੋਂ ਬਾਅਦ ਕਿ ਹਰ ਇੱਕ ਟਰਾਲੀ 'ਚ ਬੈਠੇ ਕਿਸਾਨ ਦੇ ਮਨਾਂ 'ਚ ਇਹੀ ਸਵਾਲ ਉੱਠ ਰਹੇ ਆ, ਅਗਰ ਆਪਰੇਸ਼ਨ ਕਲੀਨ ਚਲਾਇਆ ਜਾਏਗਾ ਤਾਂ ਜਥੇਬੰਦੀਆਂ ਵੱਲੋਂ ਉਹਨਾਂ ਨੂੰ ਕਿਸ ਤਰ੍ਹਾਂ ਦੀ ਕਾਲ ਦਿੱਤੀ ਜਾਏਗੀ। ਅਸੀਂ ਟਰਾਲੀਆਂ 'ਚ ਜਾ ਕੇ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਤਾਂ ਉਹਨਾਂ ਦਾ ਇਹੀ ਕਹਿਣਾ ਹੈ ਕਿ ਜਿਸ ਤਰ੍ਹਾਂ ਸਾਨੂੰ ਕਿਸਾਨ ਜਥੇਬੰਦੀਆਂ ਦੇ ਆਗੂ ਕਹਿਣਗੇ ਅਸੀਂ ਉਸੇ ਹਿਸਾਬ ਨਾਲ ਚੱਲਾਂਗੇ। ਜੇ ਆਗੂ ਕਹਿਣਗੇ ਕਿ ਗ੍ਰਿਫਤਾਰੀਆਂ ਦੇਣੀਆਂ ਤੇ ਅਸੀਂ ਗ੍ਰਿਫਤਾਰੀਆਂ ਦੇਣ ਨੂੰ ਵੀ ਤਿਆਰ ਹਾਂ। ਜੇ ਆਗੂ ਕਹਿਣਗੇ ਇੱਟ ਦਾ ਜਵਾਬ ਪੱਥਰ ਨਾ ਦੇਣਾ ਤੇ ਅਸੀਂ ਉਹ ਵੀ ਦੇਣ ਨੂੰ ਤਿਆਰ ਹਾਂ। ਸਾਡੇ ਨਾਲ ਇਸ ਸੰਬੰਧੀ ਗੱਲਬਾਤ ਕਰਨਗੇ BKU ਦੁਆਬਾ ਤੋਂ ਪ੍ਰਧਾਨ ਮਨਜੀਤ ਰਾਏ ਜੀ। ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ ਜੀ। ਆਪਰੇਸ਼ਨ ਕਲੀਨ ਦਾ ਬੜਾ ਰੌਲਾ ਚੱਲ ਰਿਹਾ ਹੈ। ਬੀਤੇ ਦਿਨੀ ਜੋਗਿੰਦਰ ਯਾਦਵ ਜੀ ਨਾਲ ਗੱਲ ਹੋਈ ਸੀ, ਉਹ ਕਹਿੰਦੇ ਆਪਰੇਸ਼ਨ ਕਲੀਨ ਦਾ ਮਤਲਬ ਕਿ ਇਹ ਸਾਡਾ ਸਫਾਇਆ ਕਰਨਾ ਚਾਹੁੰਦੇ, ਲੇਕਿਨ ਅਸੀਂ ਇਹਦਾ ਮੁਕਾਬਲਾ ਕਰਾਂਗੇ। ਲੇਕਿਨ ਟਰਾਲੀ ਪਰ ਟਰਾਲੀ ਜਦੋਂ ਜਾ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਆ ਤਾਂ ਉਹ ਹਜੇ ਉਹਨਾਂ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ, ਕਿਉਂਕਿ ਸਟੇਜ ਤੋਂ ਹਜੇ ਤੱਕ ਇਹਦੇ ਬਾਰੇ ਕੋਈ ਵੀ ਗੱਲਬਾਤ ਜਿਹੜੀ ਸਾਹਮਣੇ ਨਹੀਂ ਆਈ। ਕਿਸ ਤਰ੍ਹਾਂ ਦੇਖਦੇ ਇਹ ਸਭ ਨੂੰ? ਨਹੀਂ, ਮੈਂ ਕੱਲ ਸਟੇਜ ਤੋਂ ਬੋਲਿਆ ਵੀ ਸੀਗਾ ਕਿ ਇਹ ਅਫਵਾਹਾਂ ਨੇ, ਇਹਨਾਂ ਦੇ ਵਿੱਚ ਆਉਣ ਦੀ ਲੋੜ ਨਹੀਂ ਹੈ। ਇਹ ਸਰਕਾਰਾਂ ਦੀ ਪਾਲਿਸੀ ਹੁੰਦੀ ਆ ਕਿ ਇਦਾਂ ਦੀਆਂ ਅਫਵਾਹਾਂ ਉਡਾ ਕੇ ਇੱਕ ਭੈ ਦਾ ਮਾਹੌਲ, ਡਰ ਦਾ ਮਾਹੌਲ ਪੈਦਾ ਕਰੀਏ। ਸੋ ਉਹ ਜਿਹੜਾ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਹੈ, ਉਹਨੂੰ ਆਪਾਂ ਨੂੰ ਡਰ 'ਚ ਆਉਣ ਦੀ ਲੋੜ ਨਹੀਂ। ਮੈਂ ਹੁਣ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੂੰਗਾ ਕਿ ਅੱਜ ਸਾਡੀ ਲੋਕਲ ਪ੍ਰਸ਼ਾਸਨ ਨਾਲ ਮੀਟਿੰਗ ਵੀ ਹੋਈ ਆ। ਅੱਜ ਲਗਭਗ ਸਾਡੀ 2-2.5 ਘੰਟੇ ਮੀਟਿੰਗ ਚੱਲੀ ਆ, ਜਿਹਦੇ ਵਿੱਚ SSP ਲੋਕਲ ਔਰ DC ਲੋਕਲ, SDM ਔਰ ਉਹਦੇ ਵਿੱਚ ਇਹ ਕਹਿ ਸਕਦੇ ਹਾਂ ਕਿ ਸਿਵਲ ਸਰਜਨ, ਮੈਡੀਕਲ ਟੀਮ ਵੀ ਸਾਰੀ ਸੀ ਔਰ ਫਾਇਰ ਬ੍ਰਿਗੇਡ ਟੀਮ ਵੀ ਸੀਗੀ ਸਾਰੀ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕੁਝ ਝੁੱਗੀਆਂ ਦੇ ਵਿੱਚ ਅੱਗ ਲੱਗਣ ਕਾਰਨ ਜਿਹੜਾ ਮਤਲਬ ਮਾਹੌਲ ਬਣਿਆ, ਉਹਨੂੰ ਅਵੇਅਰ ਕਰਨ ਵਾਸਤੇ। ਸੋ ਇਸ ਕਰਕੇ ਉਹ ਅੱਜ ਕਲੀਅਰ ਹੋ ਗਈ ਇਹ ਗੱਲ। ਬਿਲਕੁਲ ਉਹਨਾਂ ਨੇ ਗੱਲ ਰੱਖੀ ਸੀ ਪਹਿਲਾਂ, SDM ਸਾਹਿਬ ਨੇ ਆਉਂਦਿਆਂ ਇਹ ਗੱਲ ਰੱਖੀ ਕਿ ਤੁਸੀਂ ਜੀ ਇਹਨੂੰ ਵਿਡਰਾਅ ਕਰ ਲਓ ਅੰਦੋਲਨ ਨੂੰ, ਜਾਂ ਇਹਨੂੰ ਅੰਦੋਲਨ ਨੂੰ ਕੁਝ ਥੋੜ੍ਹਾ ਬੈਕਫੁੱਟ 'ਤੇ ਲੈ ਲਓ। ਉਹਨਾਂ ਨੂੰ ਕਲੀਅਰ ਕਰਤਾ ਕਿ ਅਸੀਂ ਇਹ ਅੰਦੋਲਨ ਬੈਕਫੁੱਟ 'ਤੇ ਨਹੀਂ ਲਵਾਂਗੇ। ਸੋ ਇਹ ਅੰਦੋਲਨ ਬਿਲਕੁਲ ਇਸੇ ਤਰ੍ਹਾਂ ਚੱਲੇਗਾ। ਆਪਾਂ ਕਿਸੇ ਕਰੋਨਾ ਦਾ ਸਾਨੂੰ ਕੋਈ ਡਰ ਨਹੀਂ। ਸੋ ਜਦੋਂ ਫਿਰ ਇਹ ਗੱਲ ਆਈ ਤਾਂ ਫਿਰ ਜਾਨੂੰ SSP ਸਾਹਿਬ ਵੀ ਆ ਗਏ। ਇਹ ਇੱਥੇ ਹਰਿਆਣੇ ਵਾਲੇ SP ਕਹਿੰਦੇ ਨੇ, ਅਸੀਂ SSP ਸਾਹਿਬ ਕਹਿੰਦੇ ਆ ਉਹਨਾਂ ਨੂੰ ਸਾਡੇ ਮਤਲਬ ਪੰਜਾਬ ਦੇ ਵਿੱਚ। ਸੋ ਉਹਨਾਂ ਦੇ ਨਾਲ ਕਿਉਂਕਿ DC ਸਾਹਿਬ ਜਿਹੜੇ ਆ ਉਹ ਕੁਆਰੰਟਾਈਨ ਕੀਤੇ ਹੋਏ ਨੇ, ADC ਸਾਹਿਬ ਆਏ ਸਨ। ਸੋ ADC ਸਾਹਿਬ ਜਦੋਂ ਆਏ ਤਾਂ ਉਹਨਾਂ ਨਾਲ ਬੈਠ ਕੇ ਗੱਲ ਹੋਈ ਤਾਂ ਉਹਨਾਂ ਨੇ ਜਦੋਂ ਗੱਲ ਕੀਤੀ ਫਿਰ ਉਹਨਾਂ ਨਾਲ ਗੱਲ ਕਲੀਅਰ ਹੋ ਗਈ ਲਗਭਗ। ਉਹਨਾਂ ਨੇ ਕਿਹਾ ਵੀ ਅਸੀਂ ਸੈਂਪਲਿੰਗ ਕਰਨਾ ਚਾਹੁੰਦੇ ਹਾਂ, ਭਈ ਜਿਹੜੇ ਕਰੋਨਾ ਦੇ ਤੁਹਾਡੇ ਕਿਸਾਨਾਂ ਦੀ ਸੈਂਪਲਿੰਗ ਕਰਕੇ ਟੈਸਟ ਕਰਨੇ ਚਾਹੁੰਦੇ ਹਾਂ। ਅਸੀਂ ਉਹਨਾਂ ਨੂੰ ਕਲੀਅਰ ਕਰਤਾ ਵੀ ਅਸੀਂ ਬਿਲਕੁਲ ਸੈਂਪਲਿੰਗ ਨਹੀਂ ਕਰਾਵਾਂਗੇ, ਕੋਈ ਸਾਡਾ ਬੰਦਾ ਸਿੰਪਲ ਨਹੀਂ ਦੇਵੇਗਾ। ਬਿਲਕੁਲ ਸਾਨੂੰ ਕਰੋਨਾ ਦਾ ਕੋਈ ਭੈ ਨਹੀਂ। ਜੇ ਸਰਕਾਰ ਕੋਈ ਕਿਸਾਨਾਂ ਦੇ ਹਿੱਤ 'ਚ ਕਰਨਾ ਚਾਹੁੰਦੀ ਹੈ, ਜੇ ਉਹਨਾਂ ਨੂੰ ਲੱਗਦਾ ਹੈ ਕਿ ਕਰੋਨਾ ਦਾ ਭੈ ਹੈ, ਕੋਈ ਡਰ ਹੈ, ਵਿਸਫੋਟ ਹੋਣ ਦਾ ਡਰ ਹੈ, ਤੇ ਸਾਰੇ ਕਾਨੂੰਨ ਜਿਹੜੇ ਤਿੰਨੋਂ ਇਹਨਾਂ ਨੂੰ ਵਾਪਸ ਲਵੇ ਸਰਕਾਰ, ਵਾਪਸ ਲੈ ਕੇ ਤੇ ਕਿਸਾਨਾਂ ਨੂੰ ਘਰਾਂ 'ਚ ਭੇਜੇ। ਬਿਲਕੁਲ ਕੋਈ ਲੋੜ ਨਹੀਂ, ਆਪਰੇਸ਼ਨ ਕਲੀਨ ਆਪਣੇ ਆਪ ਕਲੀਨ ਹੋ ਜਾਏਗਾ। ਪਰ ਫਿਰ ਹੌਲੀ ਜਦੋਂ ਗੱਲ ਆਈ ਤਾਂ ਫਿਰ SSP ਸਾਹਿਬ ਨੇ ਆਪ ਸਾਫ਼ ਸ਼ਬਦਾਂ 'ਚ ਕਹਿਤਾ ਕਿ ਇਹ ਬਿਲਕੁਲ ਅਫਵਾਹ ਹੈ ਤੇ ਇਹਦੇ ਵਿੱਚ ਤੁਸੀਂ ਬਿਲਕੁਲ ਇਦਾਂ ਦੀ ਕੋਈ ਗਵਰਨਮੈਂਟ ਵੱਲੋਂ ਸਾਨੂੰ ਕੋਈ ਹਜੇ ਹਦਾਇਤ ਨਹੀਂ ਆਈ। ਤਾਂ ਇਸ ਕਰਕੇ ਤੁਸੀਂ ਆਰਾਮ ਦੇ ਨਾਲ ਬੈਠੋ, ਆਪਣੀ ਸੰਖਿਆ ਨੂੰ ਵਧਾਓ ਨਾ। ਕਿਉਂਕਿ ਮੈਂ ਕੱਲ ਸਟੇਜ ਤੋਂ ਬੋਲਿਆ ਸੀ ਕਿ ਕਣਕਾਂ ਵੱਢ ਕੇ ਸਾਰੇ ਦਿੱਲੀ ਵੱਲ ਚਾਲੇ ਪਾਓ। ਉਹਨਾਂ ਨੇ ਕਿਹਾ ਵੀ ਤੁਸੀਂ ਹੁਣ ਕਰੋਨਾ ਦੇ ਚੱਲਦੇ ਆਪਣੀ ਨੰਬਰਿੰਗ ਜਿਹੜੀ ਹੈ ਇਹਨੂੰ ਵਧਾਓ ਨਾ, ਜੇ ਤੁਸੀਂ ਘਟਾ ਨਹੀਂ ਸਕਦੇ ਤਾਂ ਵਧਾਓ ਵੀ ਨਾ। ਸੋ ਅਸੀਂ ਬਿਲਕੁਲ ਇਹ ਤੁਹਾਨੂੰ ਕੋਈ ਇੱਥੋਂ ਛੇੜੂਗਾ ਨਹੀਂ। ਲੇਕਿਨ ਹੁਣ ਜਿਹੜੇ ਰੋਜ਼ ਹੀ ਸਪੀਚ ਹੋ ਰਹੀ ਹੈ ਜਾਂ ਗੱਲਬਾਤ ਹੁੰਦੀ ਹੈ ਤਾਂ ਇੱਕੋ ਗੱਲ ਕਹੀ ਜਾਂਦੀ ਕਿ ਹਰਿਆਣੇ ਪੰਜਾਬ ਤੋਂ ਫਸਲਾਂ ਦੀ ਵਾਢੀ ਖਤਮ ਹੋ ਗਈ ਹੋਵੇ ਤੇ ਵਾਪਸ ਇੱਥੇ ਆਓ। ਕਿ ਹੁਣ ਇਹ ਅਪੀਲ ਕੀਤੀ ਜਾਵੇਗੀ ਸਟੇਜ ਤੋਂ ਕਿ ਹਜੇ ਨਾ ਆਵੋ, ਜਦੋਂ ਲੋੜ ਹੋਏਗੀ ਉਦੋਂ ਸੱਦਾਂਗੇ? ਨਹੀਂ, ਅਸੀਂ ਹੁਣ ਮੈਂ ਤੇ ਅੱਜ ਜਿੰਨੇ ਕੁ ਮੈਨੂੰ ਫੋਨ ਆਏ ਨੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਇਤਮਾਨ ਨਾਲ ਆਪਣੀ ਬਿਲਕੁਲ ਆਰਾਮ ਦੇ ਨਾਲ ਫਸਲ ਨੂੰ ਕਟਾਈ ਕਰੋ। ਅਸੀਂ ਮੋਰਚਾ ਲਗਾ ਕੇ ਬੈਠੇ ਹਾਂ ਔਰ ਲੋਕਲ ਪ੍ਰਸ਼ਾਸਨ ਨੇ ਇਸ ਗੱਲ ਦਾ ਹੁਣ ਬਿਲਕੁਲ ਭਰੋਸਾ ਵੀ ਦਵਾਤਾ ਕਿ ਤੁਹਾਨੂੰ ਕੋਈ ਨਹੀਂ ਛੇੜੂਗਾ। ਸੋ ਇਸ ਕਰਕੇ ਘਬਰਾਉਣ ਦੀ ਕੋਈ ਲੋੜ ਨਹੀਂ। ਜਿਸ ਦਿਨ ਸਾਨੂੰ ਜ਼ਰੂਰਤ ਅਸੀਂ ਸਮਝਾਂਗੇ, ਜਿਵੇਂ ਉਦੋਂ 28 ਜਨਵਰੀ ਨੂੰ ਹੋਇਆ ਸੀ ਟਕੈਤ ਜੀ ਦੇ ਇੱਕ ਇਸ਼ਾਰੇ ਤੇ ਦੁਨੀਆ ਆ ਗਈ ਉੱਠ ਕੇ, ਤੇ ਜਦੋਂ ਆਪਾਂ ਫੋਨ ਕਰਾਂਗੇ ਤੇ ਫਿਰ ਸਾਰੇ ਲੋਕ ਚੱਲ ਕੇ ਆ ਜਾਣਗੇ। ਕੋਈ ਐਸੀ ਘਬਰਾਉਣ ਦੀ ਗੱਲ ਨਹੀਂ। ਆਪਾਂ ਮੋਰਚਾ ਲਾ ਕੇ ਬੈਠੇ ਹਾਂ, ਆਪਣੀਆਂ ਫਸਲਾਂ ਸਾਂਭੋ ਆਰਾਮ ਦੇ ਨਾਲ। ਇਹ ਮੋਰਚਾ ਲੰਬਾ ਚੱਲਣਾ, ਸਰਕਾਰ ਲੰਬਾ ਚਲਾਉਣਾ ਚਾਹੁੰਦੀ, ਚਲਾਵੇ, ਕੋਈ ਗੱਲ ਨਹੀਂ। ਮੋਰਚੇ ਤੇ ਡਟੇ ਹੋਏ ਆ, ਚੜ੍ਹਦੀ ਕਲਾ 'ਚ ਹੈ ਮੋਰਚਾ, ਕਿਸੇ ਗੱਲੋਂ ਘਬਰਾਉਣ ਦੀ ਲੋੜ ਨਹੀਂ। ਆਪਣੀਆਂ ਫਸਲਾਂ ਸਾਂਭ ਲਓ, ਜਿਸ ਦਿਨ ਜ਼ਰੂਰਤ ਪੜੇਗੀ ਕਾਲ ਕਰਾਂਗੇ। ਹਾਂ, ਜਿਹੜੇ ਲੋਕ ਸਾਡੇ ਜਿਹੜੇ ਸੱਜਣ ਕਣਕਾਂ ਆਪਣੀਆਂ ਫਸਲਾਂ ਚੱਕ ਕੇ ਫਰੀ ਹੋਈ ਜਾ ਰਹੇ ਨੇ, ਉਹ ਮੋਰਚੇ ਤੇ ਆ ਜਾਓ। ਆਪਣੀ ਇੱਥੇ ਨੰਬਰਿੰਗ ਆਪਾਂ ਜਿਹੜੀ ਆ ਸਰਕਾਰ ਨੂੰ ਵਿਖਾਈਏ ਕਿ ਸਾਡੀ ਨੰਬਰਿੰਗ ਮੁੜੋ ਉਨੀ ਫਿਰ ਹੋ ਗਈ ਹੈ, ਤੇ ਸਰਕਾਰ ਤੇ ਦਬਾਅ ਇਸ ਗੱਲ ਦਾ ਰਹੇਗਾ ਕਿ ਇਹ ਲੋਕ ਜਿਹੜੇ ਆ ਪਿੱਛੇ ਮੁੜਨ ਵਾਲੇ ਨਹੀਂ। ਫਿਰ ਸਰਕਾਰ ਨੂੰ ਆਪਣੇ ਆਪ ਮੁੜਨਾ ਪਏਗਾ।
ਨੌਜਵਾਨਾਂ 'ਚ ਇੱਕ ਰੋਸ ਆ ਰਿਹਾ ਕਿ ਜਿਹੜੀ ਸੰਸਦ ਦੀ ਕਾਲ ਮੁਲਤਵੀ ਕਰ ਦਿੱਤੀ ਗਈ, ਉਹਦੀ ਕੋਈ ਤਰੀਕ ਨਹੀਂ ਜਿਹੜੀ ਐਲਾਨੀ ਜਾ ਰਹੀ। ਚੜੂਨੀ ਸਾਹਿਬ ਕਹਿੰਦੇ ਸੀ ਕਿ ਮੇਰੀ ਅਧਿਕਸ਼ਤਾ 'ਚ ਪਹਿਲੀ ਮੀਟਿੰਗ ਹੋਈ ਸੀ, ਉਹਦੇ 'ਚ ਆਪਾਂ ਫੈਸਲਾ ਲਿੱਤਾ ਸੀ ਜਿਹੜਾ ਸੰਸਦ ਪੈਦਲ ਮਾਰਚ ਕਰਨਾ। ਕੱਲ੍ਹ ਜੋਗਿੰਦਰ ਯਾਦਵ ਜੀ ਹੁਣਾਂ ਨੇ ਸਪਸ਼ਟ ਕੀਤਾ ਕਿ ਉਹ ਕੈਂਸਲ ਨਹੀਂ ਹੋਇਆ, ਉਹਦੀ ਤਰੀਕ ਬਦਲੀ ਗਈ ਹੈ। ਲੇਕਿਨ ਨੌਜਵਾਨਾਂ ਨੂੰ ਇਹ ਦੱਸੋ ਵੀ ਕਦੋਂ ਤੱਕ ਇਹ ਹੋ ਸਕਦਾ, ਕਿਉਂਕਿ ਯਾਦਵ ਜੀ ਨੇ ਕਿਹਾ ਸਾਡੇ ਕੋਲ ਆਖਰੀ ਹਥਿਆਰ ਹੈ ਤੇ ਅਸੀਂ ਇਹਨੂੰ ਕਿਸ ਤਰ੍ਹਾਂ ਚਲਾਉਣਾ ਉਸ ਸੰਬੰਧੀ ਵਿਚਾਰ ਵਟਾਂਦਰੇ ਚੱਲ ਰਹੇ ਆ। ਉਹ ਇਸ ਕਰਕੇ ਅੱਗੇ ਪਾਇਆ ਗਿਆ ਕਿਉਂਕਿ ਜਿਹੜੀ 26 ਵਾਲੀ ਘਟਨਾ ਹੋਈ ਸੀ, 26 ਦੇ ਵਿੱਚ ਬੇਸ਼ੱਕ ਨੁਕਸਾਨ ਕੋਈ ਨਹੀਂ ਹੋਇਆ, ਸਰਕਾਰ ਨੂੰ ਇੱਕ ਮੌਕਾ ਮਿਲ ਗਿਆ। ਇੱਕ ਸਾਡੇ ਅੰਦੋਲਨ ਨੂੰ ਉਹਦੇ ਵਿੱਚ ਥੋੜੀ ਜਿਹੀ ਨਿਰਾਸ਼ਾ ਆਈ, ਥੋੜੀ ਗਿਰਾਵਟ ਆਈ, ਉਹਦੇ ਵਿੱਚ ਥੋੜੀ ਜਿਹੀ ਨਿਰਾਸ਼ਾ ਆਉਣ ਦੇ ਨਾਲ ਅੰਦੋਲਨ ਜਿਹੜਾ ਡਾਊਨ ਆਇਆ। ਉਹਦੇ ਅਸੀਂ ਹੁਣ ਇਹ ਸਮਝਦੇ ਹਾਂ ਕਿ ਜਿਹੜੀ ਸੰਸਦ ਘਿਰਾਓ ਦੀ ਕਾਲ ਦੇਣੀ ਜਾਂ ਸੰਸਦ ਮਾਰਚ ਦੀ ਕਾਲ ਦੇਣੀ ਹੈ, ਉਹਦੀ ਪਹਿਲਾਂ ਰੂਪ ਰੇਖਾ ਤਿਆਰ ਕਰ ਲਈਏ ਸਾਰੀ, ਤਾਂ ਕਿ ਅੱਗੇ ਵਾਲੀ ਗੱਲ ਨਾ ਹੋਵੇ, ਸਾਡੇ ਸਾਰਾ ਕੰਟਰੋਲ 'ਚ ਹੋਵੇ। ਉਹਦੀ ਰੂਪ ਰੇਖਾ ਤਿਆਰ ਕਰਕੇ ਫਿਰ ਡੇਟ ਅਨਾਉਂਸ ਕਰਾਂਗੇ। ਸੋ ਇਹ ਜ਼ਰੂਰ ਹੈਗਾ ਕਿ ਪਹਿਲੇ ਹਫਤੇ ਮਈ ਦੇ ਕਹਿੰਦੇ ਸੀ ਪਹਿਲਾਂ, ਉਦੋਂ ਜਦੋਂ ਪਹਿਲੀ ਗੱਲ ਸ਼ੁਰੂ ਹੋਈ ਹੈ, ਤੇ ਉਹਨੂੰ ਅੱਗੇ ਜ਼ਰੂਰ ਵਧਾਇਆ ਗਿਆ ਕਿ ਆਪਾਂ ਕਣਕਾਂ ਸਾਂਭ ਕੇ ਸਾਡੇ ਸਾਰੇ ਕਿਸਾਨ ਵੀਰ ਜਿਹੜੇ ਆ ਤੂੜੀਆਂ ਬੰਨਣੀਆਂ ਸਾਰੇ ਕੰਮ ਕਰਨੇ ਫ੍ਰੀ ਹੋ ਜਾਣ, ਤੇ ਫਿਰ ਜਦੋਂ ਅਸੀਂ ਕਾਲ ਦੇਵਾਂਗੇ ਪੂਰੀ ਸੰਖਿਆ ਹੋਵੇ 26 ਵਾਂਗ, ਤੇ ਫਿਰ ਸਰਕਾਰ ਤੇ ਦਬਾਅ ਹੋਏਗਾ ਕਿ ਇਹ ਤਾਂ ਵਾਕਿਆ ਹੀ ਹੁਣ ਸੰਸਦ ਨੂੰ ਘੇਰ ਲੈਣਗੇ ਆ ਕੇ। ਸੋ ਇਸ ਤਰ੍ਹਾਂ ਦੇ ਦਬਾਅ ਬਣਾਉਣ ਲਈ ਇਹ ਕੈਂਸਲ ਨਹੀਂ ਹੋਇਆ, ਬਿਲਕੁਲ ਇਹ ਕਲੀਅਰ ਹੈ। ਜਦੋਂ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ, ਮੈਂ ਵਿੱਚ ਸੀ, ਉਹਨੂੰ ਬਿਲਕੁਲ ਕੈਂਸਲ ਨਹੀਂ ਕੀਤਾ ਗਿਆ, ਉਹਨੂੰ ਥੋੜਾ ਅੱਗੇ ਵਧਾਉਣ ਦੀ ਗੱਲ ਕੀਤੀ ਗਈ ਆ। ਉਹ ਵੀ ਇਸ ਕਰਕੇ ਕਿ ਅਗਲੀ ਮੀਟਿੰਗ ਦੇ ਵਿੱਚ ਉਹਦੀ ਰੂਪ ਰੇਖਾ ਤਿਆਰ ਕਰ ਲਈ ਜਾਵੇ। ਜਦੋਂ ਉਹਦੀ ਰੂਪ ਰੇਖਾ ਤਿਆਰ ਹੋ ਜਾਏਗੀ, ਉਹਦੀ ਡੇਟ ਵੀ ਅਨਾਉਂਸ ਕਰ ਦਿੱਤੀ ਜਾਏਗੀ, ਸੰਸਦ ਵੱਲ ਕੂਚ ਹੋਵੇਗਾ, ਬਿਲਕੁਲ ਇਹ ਕਲੀਅਰ ਹੈ। ਪਰ ਉਹਦਾ ਜਿਹੜੀ ਡੇਟ ਆ ਉਹ ਹਾਲੇ ਥੋੜੀ 1-2-4 ਦਿਨ 10 ਦਿਨ ਅੱਗੇ ਹੋ ਸਕਦੀ ਆ। ਉਹ ਇਸ ਕਰਕੇ ਕਿ ਆਪਾਂ ਵਾਢੀ ਦਾ ਸਮਾਂ ਆ, ਸਾਰੇ ਦੇਸ਼ ਦੇ ਵਿੱਚ ਫਸਲ ਦੀ ਕਟਾਈ ਚੱਲ ਰਹੀ ਹੈ। ਪੂਰੇ ਦੇਸ਼ ਦੇ ਵਿੱਚ ਜਦੋਂ ਕਟਾਈ ਜਿਹੜੀ ਫਸਲ ਦੀ ਆ ਉਹ ਪੂਰਨ ਹੋ ਜਾਏਗੀ, ਸਮਾਪਤ ਹੋ ਜਾਏਗੀ, ਫਸਲ ਸਾਂਭੀ ਜਾਏਗੀ, ਫਿਰ ਜਿਹੜਾ ਸੰਸਦ ਦਾ ਆਪਾਂ ਮਾਰਚ ਆ ਉਹਦੀ ਡੇਟ ਅਨਾਉਂਸ ਕਰ ਦਿਆਂਗੇ। ਇੱਕ ਮੇਰਾ ਆਖਰੀ ਸਵਾਲ ਹੈ ਕਿ ਕੱਲ ਅੰਮ੍ਰਿਤਸਰ ਰਾਜਾ ਸੰਸਦੀ ਦੇ ਵਿੱਚ ਸੋਨੀਆ ਮਾਨ ਜੀ ਵੱਲੋਂ ਇੱਕ ਰੈਲੀ ਕਰਵਾਈ ਗਈ, ਉਸ ਤੋਂ ਬਾਅਦ ਜਿਹੜੇ NRI ਵੀਰ ਹੈ ਜਾਂ ਹੋਰ ਜਿਹੜੇ ਸਿੱਖ ਨੌਜਵਾਨ ਆ, ਉਹਨਾਂ 'ਚ ਕਾਫੀ ਰੋਸ ਪਾਇਆ ਜਾ ਰਿਹਾ ਕਿ ਉਹ ਕਾਮਰੇਡ ਸੋਚਦੇ ਸੀ, ਉਹਨਾਂ ਨੇ ਸਿੱਖੀ ਲਈ ਕੀ ਕੀਤਾ ਸੋਨੀਆ ਮਾਨ ਦੇ ਪਿਤਾ ਨੇ, ਤੇ ਉਹਨਾਂ ਦੀ ਬਰਸੀ 'ਚ ਕਿਸਾਨਾਂ ਦੀ ਰੈਲੀ ਦਾ ਨਾਂ ਕਿਉਂ ਦਿੱਤਾ ਗਿਆ। ਇਹ ਰੋਸ ਹੈ ਜ਼ਿਆਦਾਤਰ। ਤੇ ਰਾਜੇਵਾਲ ਜੀ ਨਾਲ ਕਿਸੇ NRI ਨੌਜਵਾਨ ਦੀ ਗੱਲ ਵੀ ਹੋਈ, ਉਹ ਜਿਹੜੀ ਆਡੀਓ ਹੈ ਸੋਸ਼ਲ ਮੀਡੀਆ ਤੇ ਕਾਫੀ ਟਰੋਲ ਕਰ ਰਹੀ ਹੈ ਇਸ ਟਾਈਮ। ਉਹਦੇ 'ਚ ਨੌਜਵਾਨ ਰਾਜੇਵਾਲ ਸਾਹਿਬ ਨੂੰ ਕਹਿ ਰਿਹਾ ਕਿ ਤੁਸੀਂ ਵੱਡੇ ਲੀਡਰ ਜੇ, ਮੇਨ ਲੀਡਰ ਜੇ, ਤੁਹਾਨੂੰ ਮੋਰਚੇ ਤੇ ਰਹਿਣਾ ਚਾਹੀਦਾ, ਆਪਣੀ ਦੂਸਰੀ ਜਿਹੜੀ ਸੈਕੰਡ ਪਾਰਟੀ ਹੁੰਦੀ ਆ ਉਹਨਾਂ ਨੂੰ ਭੇਜਣਾ ਚਾਹੀਦਾ। ਤੇ ਰਾਜੇਵਾਲ ਜੀ ਇਹ ਤੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਤੇ ਉਹਨਾਂ ਨੇ ਫੋਨ ਕੱਟ ਕਰ ਦਿੱਤਾ। ਕਿਸ ਤਰ੍ਹਾਂ ਦੇਖਦੇ ਸਭ ਨੂੰ? ਦੇਖੋ, ਮੈਂ ਉਸ ਜਿਹੜੀ ਰੈਲੀ ਦੇ ਵਿੱਚ ਮੇਰਾ ਵੀ ਉਹਨੀ ਫੋਟੋ ਲਾਤੀ ਸੀ ਪੋਸਟ ਦੇ ਵਿੱਚ। ਪਹਿਲਾਂ ਸਾਨੂੰ ਲੱਗਦਾ ਸੀ ਕਿ ਉਹ ਕੋਈ ਕਿਸਾਨ ਮਹਾਸਭਾ ਹੋਣੀ ਹੈ। ਜਦੋਂ ਸਾਨੂੰ ਪਤਾ ਲੱਗਾ ਕਿ ਉਹ ਇੱਕ ਵਿਅਕਤੀ ਵਿਸ਼ੇਸ਼ ਨੂੰ ਸਮਰਪਿਤ ਕਰ ਰਹੇ ਨੇ, ਉਹਦੇ ਜਿਹੜੇ ਸੋਨੀਆ ਮਾਨ ਦੇ ਫਾਦਰ ਨੂੰ, ਹੁਣ ਤੱਕ ਜਿੰਨੀਆਂ ਮਹਾਸਭਾ ਨੇ ਸਮਰਪਿਤ ਹੋਈਆਂ ਨੇ, ਈਵਨ ਇੱਥੇ ਤੱਕ ਕਹਿ ਸਕਦੇ ਹਾਂ ਆਪਾਂ ਕਿ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਚੇਤਨਾ ਮਾਰਚ ਕੱਢੇ ਗਏ ਨੇ, ਉਹ ਵੀ ਕਿਸਾਨੀ ਨੂੰ ਸਮਰਪਿਤ ਕੀਤੇ ਗਏ ਨੇ। ਤੇ ਜੇ ਕਿਸਾਨੀ ਨੂੰ ਸਮਰਪਿਤ ਨਹੀਂ ਕਰਨੀ ਅਸੀਂ ਮਹਾਸਭਾ, ਕਿਸੇ ਵਿਅਕਤੀ ਵਿਸ਼ੇਸ਼ ਨੂੰ ਕਰਨੀ ਆ, ਤੇ ਫਿਰ ਮੈਂ ਤੇ ਲਗਭਗ 16 ਤਰੀਕ ਨੂੰ ਆਪਣੀ ਵਾਈਟ ਪਾਤੀ ਸੀ ਕਿ ਅਸੀਂ ਉਸ ਮਹਾਸਭਾ 'ਚ ਨਹੀਂ ਜਾਵਾਂਗੇ, ਸਾਡੀ ਜਥੇਬੰਦੀ ਨਹੀਂ ਜਾਏਗੀ। ਪਰ ਫਿਰ ਵੀ ਮੈਂ ਕਹਾਂਗਾ ਕਿ ਅਸੀਂ ਇਹ ਵੀ ਹੁਣ ਕਹਿੰਦੇ ਆ ਕਿ ਪੰਜਾਬ ਦੀਆਂ ਮਹਾਸਭਾ ਜਿਹੜੀਆਂ ਬੰਦ ਕਰਨੀਆਂ ਚਾਹੀਦੀਆਂ ਨੇ। ਦਿੱਲੀ ਵੱਲ ਸ਼ਮੂਲੀਅਤ ਕਰੋ, ਇਸ ਮੋਰਚਿਆਂ ਨੂੰ ਤਕੜੇ ਕਰੋ। ਪੰਜਾਬ ਤਾਂ ਪਹਿਲੇ ਅਵੇਅਰ ਹੈ, ਬਹੁਤ ਲੋਕ ਜਾਗੇ ਹੋਏ ਨੇ, ਉੱਥੇ ਹੁਣ ਮਹਾਸਭਾ ਕਰਨ ਦੀ ਲੋੜ ਨਹੀਂ। ਇਹ ਜੇਕਰ ਕੋਈ ਮਤਲਬ ਉਹਨਾਂ ਨੇ ਵਿਅਕਤੀ ਵਿਸ਼ੇਸ਼ ਲਈ ਮਹਾਸਭਾ ਕੀਤੀ ਆ, ਉਹਦਾ ਜਵਾਬ ਤਾਂ ਸੋਨੀਆ ਜੀ ਹੀ ਦੇਣਗੇ, ਜਾਂ ਉਹਨਾਂ ਦੇ ਜਿਹੜੇ ਉੱਥੇ ਜਿੰਨੇ ਸਾਡੇ ਕੋਈ ਜਿਹੜੇ ਕੋਈ ਬੁਲਾਰੇ ਗਏ ਨੇ ਉਹ ਜਵਾਬ ਦੇਣਗੇ। ਅਸੀਂ ਨਹੀਂ ਗਏ ਉੱਥੇ, ਕਿਉਂਕਿ ਸਾਡਾ ਵੀ ਮਾਈਂਡ ਇਹੀ ਸੈੱਟ ਸੀ ਕਿ ਜੋ ਕਿਸਾਨੀ ਨੂੰ ਸਮਰਪਿਤ ਹੈ ਮਹਾਸਭਾ, ਉਹ 'ਚ ਜਾਣਾ ਬਣਦਾ। ਜਿਹੜੀ ਕਿਸੇ ਵਿਅਕਤੀ ਵਿਸ਼ੇਸ਼ ਨੂੰ ਹੈ, ਜੇ ਉਹਦੀ ਕਿਸੇ ਦੀ ਵਰਸੀ ਮਨਾਈ ਜਾਣੀ ਹੈ, ਫਿਰ ਆਪਾਂ ਉਹਦੇ ਵਿੱਚ ਨਹੀਂ ਅਸੀਂ ਸ਼ਮੂਲੀਅਤ ਕਰਾਂਗੇ, ਕਿਉਂਕਿ ਅਸੀਂ ਤਾਂ ਕਿਸਾਨੀ ਲਈ ਆਏ ਹਾਂ, ਕਿਸੇ ਵਿਅਕਤੀ ਵਿਸ਼ੇਸ਼ ਲਈ ਨਹੀਂ ਆਏ। ਸੋ ਇਸ ਕਰਕੇ ਕਿਸਾਨੀ ਲਈ ਜੇ ਕੋਈ ਮਹਾਸਭਾ ਕਰਦਾ, ਉਹਦੇ ਵਿੱਚ ਆਪਾਂ ਜ਼ਰੂਰ ਸ਼ਮੂਲੀਅਤ ਕਰਾਂਗੇ। ਪਰ ਹਾਲ ਦੀ ਘੜੀ ਪੰਜਾਬ ਦੀਆਂ ਜਿਹੜੀਆਂ ਮਹਾਸਭਾ ਉਹ ਬੰਦ ਹੋਣੀਆਂ ਚਾਹੀਦੀਆਂ ਨੇ। ਇਹ ਸਾਡੀ ਜਥੇਬੰਦੀ ਦੀ ਰਹਿ ਆ, ਤੇ ਇਹ ਮਹਾਸਭਾ ਬਿਲਕੁਲ ਬੰਦ ਹੋ ਜਾਣੀਆਂ ਚਾਹੀਦੀਆਂ। ਹੁਣ ਸਾਰੇ ਕਿਸਾਨ ਵੀਰ ਨੇ, ਆਗੂ ਨੇ, ਉਹ ਇਸ ਜਿਹੜੇ ਅੰਦੋਲਨ ਹੈਗਾ, ਜਿੰਨੇ ਸਾਡੇ ਬਾਰਡਰਾਂ 'ਤੇ ਅਸੀਂ ਬੈਠੇ ਹਾਂ, ਉਹ ਉਹਦੇ ਵੱਲ ਧਿਆਨ ਦੇਣ। ਸੋ ਇਹ ਸੀ BKU ਦੁਆਬਾ ਤੋਂ ਪ੍ਰਧਾਨ ਮਨਜੀਤ ਰਾਏ ਜੀ, ਜਿਨ੍ਹਾਂ ਦਾ ਕਹਿਣਾ ਹੈ ਕਿ ਹੁਣ ਪੰਜਾਬ 'ਚ ਮਹਾਸਭਾਵਾਂ ਬੰਦ ਹੋਣੀਆਂ ਚਾਹੀਦੀਆਂ, ਤੇ ਜਿੰਨੇ ਵੀ ਪੰਜਾਬ 'ਚ ਕਿਸਾਨ ਹੈ ਉਹਨਾਂ ਨੂੰ ਵਾਢੀ ਖਤਮ ਕਰਕੇ ਤੇ ਦਿੱਲੀ ਬਾਰਡਰ ਤੇ ਜਿੱਥੇ ਕਿਸਾਨ ਜਥੇਬੰਦੀਆਂ ਡਟੀਆਂ ਹੋਈਆਂ, ਇੱਥੇ ਆ ਕੇ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ। ਨਾਲ ਹੀ ਉਹਨਾਂ ਨੇ ਇੱਕ ਗੱਲ ਬਿਲਕੁਲ ਕਲੀਅਰ ਕੀਤੀ ਹੈ ਕਿ ਲੋਕਲ ਪ੍ਰਸ਼ਾਸਨ ਨਾਲ ਅੱਜ ਉਹਨਾਂ ਦੀ ਮੀਟਿੰਗ ਹੋਈ ਹੈ, ਤੇ ਮੀਟਿੰਗ ਵਿੱਚ ਲੋਕਲ ਪ੍ਰਸ਼ਾਸਨ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਆਪਰੇਸ਼ਨ ਕਲੀਨ ਜਿਹੜਾ ਉਹ ਨਹੀਂ ਹੋਵੇਗਾ, ਇਹ ਸਿਰਫ ਅਫਵਾਹਾਂ ਹੀ ਸਨ। ਕੈਮਰਾਮੈਨ ਗੌਰਵ ਦੇ ਨਾਲ ਮੁਕੇਸ਼ ਮਹਿਰਾ, ਵਿਜ਼ਨ ਪੰਜਾਬ TV, ਸਿੰਘੂ ਬਾਰਡਰ।